5 ਤੱਤਾਂ ਦਾ ਇਨਸਾਨ ਬਣਿਆ ਤੇ ਉਹਦੇ ਵਿੱਚ ਇਹ ਵੀ ਸ਼ਾਮਲ ਹੈ, ਮਿੱਟੀ ਵੀ ਸ਼ਾਮਲ ਹੈ। ਜਿਵੇਂ ਕਹਿੰਦੇ ਵੀ ਸਾਡੀਆਂ ਰੂਟਸ ਨੇ ਇਹ, ਠੀਕ ਹੈ। ਜਿੰਨਾ ਵੀ ਅਸੀਂ ਖਾਂਦੇ ਆ ਉਹ ਪੈਦਾ ਵੀ ਧਰਤੀ ਕਰਦੀ ਹੈ। ਤੋ ਸਾਡਾ ਇਹਦੇ ਨਾਲੋਂ ਵੱਖਰਾ ਤਾਂ ਹੈ ਹੀ ਨਹੀਂ ਅਸੀਂ। ਤੋ ਅਗਰ ਜਿਹੜੇ ਵੀ ਲੋਕ, ਸਾਡਾ ਮੇਨ ਮਕਸਦ ਹੀ ਕੀ ਹੈ ਕਿ ਅੱਜ ਦੀ ਅਜੋਕਾ ਸਥਿਤੀ, ਮੈਂਟਲੀ ਜਿਹੜੀਆਂ ਹਾਲਾਤ ਨੇ, ਜਿਹਨੂੰ ਆਪਾਂ ਡਿਪਰੈਸ਼ਨ ਕਹਿ ਦਿੰਦੇ ਆ, ਬਹੁਤ ਲੋਕ ਉਹਦਾ ਸ਼ਿਕਾਰ ਹੋ ਚੁੱਕੇ ਨੇ। ਉਹਦਾ ਮੇਨ ਕਾਰਨ ਸਾਡਾ ਭੋਜਨ ਹੈ। ਉਹਦੇ ਤੋਂ ਅਸੀਂ ਕਿਤੇ ਵਿਛੜੇ ਆ, ਤਾਂ ਕਰਕੇ ਸਾਡੇ ਹਾਲਾਤ ਇਹ ਨੇ। ਅਗਰ ਅੱਜ ਵੀ ਅਸੀਂ ਗੱਲ ਕਰੀਏ, ਸਾਡੀ ਫੈਮਿਲੀ ਹੈ, ਅਸੀਂ ਖੁਦ ਆਪਣੇ ਖੇਤਾਂ ਦਾ ਸਬਜ਼ੀਆਂ ਖਾਂਦੇ ਆ, ਸਾਰੀਆਂ ਕਰਦੇ ਆ, ਔਰ ਮਾਲਕ ਦੀ ਕਿਰਪਾ ਨਾਲ ਅਸੀਂ ਇਸ ਬਿਮਾਰੀ ਤੋਂ ਤਾਂ ਬਚੇ ਹੋਏ ਹਾਂ। ਔਰ ਸਾਡੀ ਹੈਲਥ ਤੁਹਾਨੂੰ ਦੱਸ ਹੀ ਰਹੀ ਹੈ, ਮੈਂਟਲੀ ਹਾਲਾਤ ਵੀ ਸਾਡੇ, ਅਗਰ ਅਸੀਂ ਇਸ ਕੰਮ ਨੂੰ ਇਸ ਲੈਵਲ ਤੱਕ ਲੈ ਗਏ ਹਾਂ ਤੇ ਅਗਰ ਅਸੀਂ ਮੈਂਟਲੀ ਸਟਰੋਂਗ ਹੈ ਤਾਂ ਹੀ ਕਰ ਪਾਏ ਹਾਂ। ਜਿਹੜਾ ਮੈਂਟਲੀ ਵੀਕ ਹੈ ਉਹ ਇਹ ਕੰਮ ਕਰ ਹੀ ਨਹੀਂ ਸਕਦਾ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ। ਮੈਂ ਤਾਂ ਇਹੀ ਕਹਾਂਗਾ ਕਿ ਜ਼ਰੂਰ ਤੁਸੀਂ ਲੋਕਾਂ ਨੂੰ ਵਧੀਆ ਦਿਓ ਤੇ ਲੋਕਾਂ ਨੂੰ ਕਹੋ ਤੁਸੀਂ ਵਧੀਆ ਖਾਓ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੁਰਿੰਦਰ ਸਿੰਘ, ਮੈਂ ਪਿੰਡ ਅਲੀਪੁਰ ਰਾਈਆਂ ਤੋਂ। ਸਾਡਾ ਪਰਿਵਾਰ, ਅਸੀਂ ਚੌਹਾਨ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ। ਮੇਰੇ ਫਾਦਰ ਸਾਹਿਬ ਸਰਦਾਰ ਜਗੀਰ ਸਿੰਘ, ਮੇਰੇ ਬ੍ਰਦਰ ਗੁਰਦੇਵ ਸਿੰਘ, ਗੁਰਦੀਪ ਸਿੰਘ ਤੇ ਮੇਰਾ ਭਤੀਜਾ ਰਾਜਦੀਪ ਚੌਹਾਨ। ਅਸੀਂ ਸਾਰੇ ਹੀ ਇਸ ਫੈਮਿਲੀ ਦੇ ਵਿੱਚ ਬੜੇ ਸਮੇਂ ਤੋਂ ਖੇਤੀਬਾੜੀ ਨਾਲ ਜੁੜੇ ਹੋਏ ਹਾਂ। ਸਾਡਾ ਖੇਤੀਬਾੜੀ ਸਾਡਾ ਪਿੱਛੇ ਤੋਂ ਹੀ ਮਤਲਬ ਸਾਡੇ ਫਾਦਰ ਸਾਹਿਬ ਕਰਦੇ ਆ ਰਹੇ ਨੇ। ਤੇ ਪਹਿਲਾਂ ਅਸੀਂ ਟ੍ਰੈਡੀਸ਼ਨਲ ਖੇਤੀਬਾੜੀ ਕਰਦੇ ਸੀ, ਜਿਵੇਂ ਕਣਕ ਝੋਨਾ ਵਗੈਰਾ ਫਸਲਾਂ ਲਾਉਂਦੇ ਸੀਗੇ। ਤੇ ਫਿਰ ਸਾਡੇ ਫਾਦਰ ਸਾਹਿਬ ਕਹਿੰਦੇ ਵੀ ਕਿਉਂ ਨਾ ਆਪਾਂ ਸਬਜ਼ੀ ਦਾ ਕੰਮ ਕਰੀਏ। ਤੇ ਉਸ ਤੋਂ ਬਾਅਦ ਫਿਰ ਅਸੀਂ ਸਬਜ਼ੀ ਦੇ ਵਿੱਚ ਆਏ। ਤੇ ਸਪੈਸ਼ਲੀ ਮੈਂ ਕਹਾਂਗਾ ਕਿ ਜਦੋਂ ਇਹ ਲੋਕਡਾਊਨ ਹੋਇਆ, ਉਦੋਂ ਅਸੀਂ ਖਾਸ ਧਿਆਨ ਦੇਣਾ ਸ਼ੁਰੂ ਕੀਤਾ ਇਹਦੇ ਵਿੱਚ, ਸਬਜ਼ੀ ਦੇ ਵਿੱਚ। ਤੇ ਫਿਰ ਅਸੀਂ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਲਾਈਆਂ। ਫਿਰ ਆਪ ਅਸੀਂ ਇੰਟਰਸਟ ਦੇ ਨਾਲ ਖੇਤੀਬਾੜੀ ਕੀਤੀ ਤੇ ਫਿਰ ਅਸੀਂ ਇਹਨੂੰ ਮਾਰਕੀਟ ਦੇ ਵਿੱਚ ਲੈ ਕੇ ਗਏ। ਇੱਕ ਵੱਖਰੇ ਢੰਗ ਦੇ ਨਾਲ ਅਸੀਂ ਸਟਾਲ ਲਾਏ, ਇੱਕ ਸਪੈਸ਼ਲ ਅਸੀਂ ਗੱਡੀ ਤਿਆਰ ਕੀਤੀ ਤਾਂ ਕਿ ਪਬਲਿਕ ਨੂੰ ਇਹ ਲੱਗੇ ਕਿ ਜ਼ਿਮੀਂਦਾਰ ਵੀ ਇਹ ਵੀ ਕੁਝ ਕਰ ਸਕਦਾ, ਇੱਕ ਵੱਖਰੇ ਢੰਗ ਨਾਲ ਵੀ ਬਿਜ਼ਨਸ ਇਹਨੂੰ ਕੀਤਾ ਜਾ ਸਕਦਾ। ਇਹ ਮੰਨ ਲਓ ਆਪਾਂ ਇੱਕ ਦੁਕਾਨ ਵੀ ਪਾਈਏ ਤਾਂ ਅਸੀਂ ਸ਼ਹਿਰ ਦੇ ਇੱਕ ਕੋਨੇ ਦੇ ਵਿੱਚ ਰਿਸਟ੍ਰਿਕਟ ਹੋ ਕੇ ਰਹਿ ਜਾਾਂਗੇ। ਸਪੋਜ਼ ਕਰੋ ਮੈਂ 22 ਨੰਬਰ ਇੱਕ ਦੁਕਾਨ ਖੋਲ੍ਹ ਲਈ ਤਾਂ ਮੈਂ ਸਿਰਫ 22 ਨੰਬਰ ਏਰੀਏ ਦੇ ਵਿੱਚ ਹੀ ਰਿਸਟ੍ਰਿਕਟ ਹੋ ਕੇ ਰਹਿ ਗਿਆ। ਤਾਂ ਉਸ ਚੀਜ਼ ਤੋਂ ਸਾਡਾ ਫਿਰ ਇੱਕ ਆਈਡੀਆ ਬਣਾ ਕਿ ਕਿਉਂ ਨਾ ਆਪਾਂ ਇੱਕ ਮੂਵਿੰਗ ਆਬਜੈਕਟ ਦੇ ਉੱਤੇ ਇਸ ਪ੍ਰੋਜੈਕਟ ਨੂੰ ਲੈ ਕੇ ਆਈਏ। ਤਾਂ ਫਿਰ ਅਸੀਂ ਇੱਕ ਟਰੱਕ ਦਾ ਆਈਡੀਆ ਅਸੀਂ ਬਣਾਇਆ ਕਿ ਕਿਉਂ ਨਾ ਆਪਾਂ ਇੱਕ ਟਰੱਕ ਨੂੰ ਤਿਆਰ ਕਰਵਾਈਏ ਕਿ ਉਹਨੂੰ ਮਤਲਬ, ਕਿਉਂਕਿ ਉਹਦੀ ਓਬਵੀਅਸਲੀ ਉਹਦੀ ਅਪਰੋਚ ਜ਼ਿਆਦਾ ਹੋਊਗੀ ਕਿ ਇੱਕ ਦਿਨ ਮੰਨ ਲਓ ਅਸੀਂ ਭੁਪਿੰਦਰਾ ਰੋਡ ਚਲੇ ਗਏ, ਇੱਕ ਦਿਨ ਅਸੀਂ YPS ਚਲੇ ਗਏ, ਅਰਬਨ ਸਟੇਟ ਚਲੇ ਗਏ, ਤਾਂ ਉਹਦੇ ਨਾਲ ਅਸੀਂ ਜ਼ਿਆਦਾ ਏਰੀਆ ਕਵਰ ਕਰ ਸਕਦੇ ਹਾਂ। ਤਾਂ ਉੱਥੋਂ ਇੱਕ ਟਰੱਕ ਦਾ ਆਈਡੀਆ ਆਇਆ। ਆਰਗੈਨਿਕ ਖੇਤੀ ਦਾ ਮਕਸਦ ਹੈ ਕਿ ਇਹ ਕੁਦਰਤੀ ਤਿਆਰ ਕੀਤੀ ਹੋਈ ਸਬਜ਼ੀ ਹੈ, ਜਿਵੇਂ ਨੈਚੁਰਲ ਤਰੀਕੇ ਨਾਲ ਤਿਆਰ ਹੁੰਦੀ ਹੈ। ਕਿ ਇਹਨੂੰ ਜਿਹੜੀਆਂ ਖਾਦਾਂ ਨੇ ਉਹ ਵੀ ਨੈਚੁਰਲ, ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੋਣਾ ਕਿ ਜਿੱਦਾਂ ਇੱਕ ਗੋਬਰ ਹੈ, ਗੋਬਰ ਦੇ ਨਾਲ ਤਿਆਰ ਕੀਤੀ ਜਾਂਦੀ ਹੈ, ਜਿਹੜੀ ਇਹਨਾਂ ਵਿੱਚ ਖਾਦਾਂ ਪੈਂਦੀਆਂ ਨੇ, ਜਿਹੜੀਆਂ ਇਹਦੇ 'ਤੇ ਆਪਾਂ ਸਪਰੇਆਂ ਕਰਦੇ ਹਾਂ, ਜਿਵੇਂ ਨਿੰਮ ਦਾ ਤੇਲ ਹੋ ਗਿਆ ਜਾਂ ਹੋਰ ਅਸੀਂ ਦੇਸੀ ਤਰੀਕੇ ਦੇ ਨਾਲ ਤਿਆਰ ਕਰਦੇ ਹਾਂ। ਕਿ ਇਹਨਾਂ ਨੂੰ ਹਰ ਢੰਗ ਤੋਂ ਅਸੀਂ ਪੈਸਟੀਸਾਈਡ ਮੁਕਤ ਰੱਖਣਾ। ਸਾਡੇ ਕੋਲ ਇੱਥੇ 12 ਕਿੱਲੇ ਜ਼ਮੀਨ ਦੇ ਨੇ।
ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਸੀਜ਼ਨਲ ਸਬਜ਼ੀਆਂ ਨੇ, ਠੀਕ ਹੈ, ਕਿ ਉਹਨਾਂ ਨੂੰ ਅਸੀਂ ਉਗਾਈਏ। ਉਹਨਾਂ ਦਾ ਇੱਕ ਸਿਸਟਮ ਬਣਾਉਣਾ ਪੈਂਦਾ, ਉਹਦਾ ਇੱਕ ਸਰਕਲ ਬਣਾਉਣਾ ਪੈਂਦਾ ਕਿ ਜਿਹੜੀ ਸਬਜ਼ੀ ਹੈ ਥੋੜ੍ਹੀ ਜਗ੍ਹਾ 'ਤੇ ਅਸੀਂ ਇਕੱਠੀ ਸਬਜ਼ੀ ਨਹੀਂ ਲਾਣੀ, ਥੋੜ੍ਹੀ ਜਗ੍ਹਾ ਨੂੰ ਕਿਵੇਂ ਅਸੀਂ ਵਰਤੋਂ 'ਚ ਲੈ ਕੇ ਆਉਣਾ। ਕਿ ਪਹਿਲਾਂ ਅਸੀਂ ਮੰਨ ਲਓ ਸਪੋਜ਼ ਕਰੋ ਗੋਭੀ ਹੈ, ਅਸੀਂ ਗੋਭੀ ਦੀ ਕੰਮ ਕਰਦੇ ਹਾਂ, ਬੰਦ ਗੋਭੀ ਹੈ, ਬਰੋਕਲੀ ਹੈ, ਜਿਹੜੀਆਂ ਅੱਜ ਕੱਲ੍ਹ ਸਰਦੀਆਂ ਦੀਆਂ ਸਬਜ਼ੀਆਂ ਨੇ, ਗਾਜਰਾਂ ਨੇ, ਮੂਲੀਆਂ ਨੇ, ਮਟਰ ਨੇ, ਪਾਲਕ ਹੈ, ਸਰੋਂ ਦਾ ਸਾਗ ਹੈ, ਮੇਥੀ ਹੈ, ਬਹੁਤ ਚੀਜ਼ਾਂ ਨੇ ਜਿਹੜੀਆਂ ਅੱਜ ਕੱਲ੍ਹ ਸਰਦੀਆਂ ਦੀਆਂ ਨੇ। ਤੋ ਉਹਨਾਂ ਨੂੰ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਨੂੰ ਪਾਰਟ ਦੇ ਵਿੱਚ ਅਸੀਂ ਥੋੜ੍ਹੀ ਜਗ੍ਹਾ 'ਤੇ ਲਾਉਂਦੇ ਹਾਂ। ਜਿੱਦਾਂ ਸਪੋਜ਼ ਕਰੋ ਥੋੜ੍ਹੀ ਜਗ੍ਹਾ, 1 ਕਿੱਲੇ ਨੂੰ ਅਸੀਂ 4 ਹਿੱਸਿਆਂ ਦੇ ਵਿੱਚ ਵੰਡ ਦੇਣਾ, 4 ਜਾਂ 5 ਹਿੱਸਿਆਂ ਦੇ ਵਿੱਚ ਵੰਡ ਦੇਣਾ ਕਿੱਲੇ ਨੂੰ। ਤੇ ਇੱਦਾਂ ਹੀ ਜਿਹੜਾ ਨੈਕਸਟ ਕਿੱਲਾ ਹੈ ਉਹਨੂੰ ਥੋੜ੍ਹਾ ਜਿਹਾ ਗੈਪ ਦੇ ਦੇਣਾ ਤੇ ਉਹਨੂੰ ਵੀ ਇੱਦਾਂ ਹੀ ਵੰਡ ਦੇਣਾ, ਤਾਂ ਕਿ ਸਾਡੀ ਜਿਹੜੀ ਸਬਜ਼ੀ ਉਹ ਖਤਮ ਨਾ ਹੋਵੇ। ਬਾਕੀ ਰਾਜਸਥਾਨ ਦੇ ਵਿੱਚ ਅਸੀਂ ਬੀਕਾਨੇਰ ਸਾਈਡ ਤੇ ਉੱਥੇ ਵੀ ਦਾਲਾਂ ਦਾ ਸਟਾਰਟ ਕੀਤਾ ਅਬਾਊਟ ਪਿਛਲੇ 1 ਸਾਲ ਤੋਂ। ਅਸੀਂ ਹਰ ਤਰ੍ਹਾਂ ਦੀਆਂ ਦਾਲਾਂ ਉੱਥੇ ਨੈਚੁਰਲ ਤਰੀਕੇ ਨਾਲ ਟਿੱਬਿਆਂ ਦੇ ਵਿੱਚ, ਖੇਤਾਂ ਦੇ ਵਿੱਚ ਉੱਥੇ ਪੈਦਾ ਹੁੰਦੀ ਹੈ ਦਾਲ, ਜਿਹਦੇ ਵਿੱਚ ਕੋਈ ਜ਼ਮੀਨ ਦਾ ਪਾਣੀ ਨਹੀਂ ਲੱਗਦਾ ਉਹਨੂੰ, ਨਹਿਰੀ ਪਾਣੀ ਔਰ ਬਰਸਾਤੀ ਪਾਣੀ ਦੇ ਨਾਲ ਤਿਆਰ ਹੁੰਦੀਆਂ, ਬੜੀਆਂ ਟੇਸਟਫੁਲ ਵੀ ਹੈ ਔਰ ਅਦਰਵਾਈਜ਼ ਹੈਲਦੀ ਵੀ ਹੈ ਖਾਣ ਦੇ ਲਈ। ਸਾਡਾ ਇੱਥੇ ਦਿਨ ਦਾ ਸ਼ਡਿਊਲ ਹੈ, ਜਿਵੇਂ ਸਰਦੀਆਂ ਵਿੱਚ ਚਾਨਣ ਥੋੜਾ ਲੇਟ ਹੁੰਦਾ ਤਾਂ ਅਸੀਂ ਥੋੜਾ ਲੇਟ ਸ਼ੁਰੂ ਕਰਦੇ ਹਾਂ। ਜਿਵੇਂ 6 ਵਜੇ ਆਲਮੋਸਟ ਸਾਰੇ ਆ ਜਾਂਦੇ ਨੇ, ਅਸੀਂ ਵੀ 6 ਵਜੇ ਇੱਥੇ ਆ ਜਾਂਦੇ ਹਾਂ। ਅਸੀਂ ਪਹਿਲਾਂ ਸਾਰੀ ਸਬਜ਼ੀ ਅਸੀਂ ਤੋੜਦੇ ਹਾਂ ਸਵੇਰੇ, ਫਿਰ ਉਹ ਸਾਰੀ ਸਬਜ਼ੀ ਉੱਧਰ ਸਾਡੇ ਅਸੀਂ ਮੋਟਰ ਲੱਗੀ ਆ, ਅਸੀਂ ਉੱਥੇ ਲੈ ਕੇ ਜਾਂਦੇ ਹਾਂ। ਤਾਂ ਉੱਥੇ ਪਹਿਲਾਂ ਸਾਰੀ ਸਬਜ਼ੀ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਹੱਥਾਂ ਨਾਲ ਆਪ ਧੋਤਾ ਜਾਂਦਾ, ਕੱਲੀ ਚੀਜ਼ ਨੂੰ ਕੱਲੇ ਮਤਲਬ ਸਬਜ਼ੀ ਨੂੰ ਅਸੀਂ ਰਗੜ ਕੇ ਆਪ ਹੱਥਾਂ ਨਾਲ ਚੰਗੀ ਤਰ੍ਹਾਂ ਧੋਂਦੇ ਹਾਂ। ਉਹ ਧੋ ਕੇ ਫਿਰ ਅਸੀਂ ਕਰੇਟਾਂ 'ਚ ਪਾ ਕੇ ਰੱਖਦੇ ਹਾਂ। ਫਿਰ ਉਹਨਾਂ ਦੀ ਛੰਟਾਈ ਹੁੰਦੀ ਹੈ, ਉਹਨਾਂ ਨੂੰ ਛਾਂਟ ਕੇ ਚੰਗੀ ਤਰ੍ਹਾਂ ਗ੍ਰੇਡਿੰਗ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਛਾਂਟਦੇ ਹਾਂ। ਫਿਰ ਉਸ ਤੋਂ ਬਾਅਦ ਸਾਫ਼ ਕਰਕੇ ਉਹਨਾਂ ਦੀ ਪੈਕਿੰਗ ਹੁੰਦੀ ਹੈ, ਚੰਗੀ ਤਰ੍ਹਾਂ ਅਸੀਂ ਉਹਨਾਂ ਨੂੰ ਪੈਕ ਕਰਕੇ, ਸਾਰੀਆਂ ਚੀਜ਼ਾਂ ਪੈਕ ਕਰਕੇ ਫਿਰ ਅਸੀਂ ਦੁਬਾਰਾ ਕਰੇਟ ਦੇ ਵਿੱਚ ਪਾ ਕੇ ਤਾਂ ਜਿਹੜਾ ਜਿੱਥੇ ਵੀ ਸਾਡੀ ਸਬਜ਼ੀ ਜਾਂਦੀ ਹੈ ਅਸੀਂ ਉੱਥੇ ਉਹਨੂੰ ਪਲੇਸ ਕਰਦੇ ਹਾਂ। ਤੁਸੀਂ ਕਹੋਗੇ ਇੱਕਦਮ ਇਹਦੇ ਵਿੱਚੋਂ ਆਪਾਂ ਪ੍ਰੋਫਿਟ ਕਰ ਲਈਏ, ਇਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ ਖੇਤੀ ਹੈ ਇਹ। ਤੁਸੀਂ ਇੱਕ ਅੱਜ ਚੀਜ਼ ਬੀਜਦੇ ਹੋ, 3-4 ਮਹੀਨੇ ਬਾਅਦ ਸਾਡੇ ਹੱਥ ਉਹ ਫਲ ਨੇ ਆਉਣਾ। ਦੂਜੀ ਗੱਲ ਇਹ ਹੈ ਕਿ ਮੈਨ ਪਾਵਰ, ਅਗਰ ਤੁਸੀਂ ਆਰਗੈਨਿਕ ਖੇਤੀ ਵੱਲ ਨੂੰ ਜਾਣਾ ਚਾਹੁੰਦੇ ਹੋ ਤਾਂ ਤੁਹਾਡੀ ਮੈਨ ਪਾਵਰ ਉਹ ਤੁਸੀਂ ਖੁਦ ਉੱਥੇ ਇਨਵੋਲਵ ਤੁਹਾਨੂੰ ਹੋਣਾ ਪੈਣਾ। ਇੱਦਾਂ ਨਹੀਂ ਹੈ ਕਿ ਤੁਸੀਂ ਕਣਕ ਝੋਨਾ ਲਾ ਕੇ ਤੇ ਤੁਸੀਂ ਹੋਰ ਕੰਮ ਕਰ ਰਹੇ ਹੋ ਤੇ ਉਹ ਪਾਣੀ ਦੇਣ ਵਾਸਤੇ ਚਲੇ ਗਏ, ਇਸ ਤਰ੍ਹਾਂ ਨਹੀਂ ਹੈ। ਸਬਜ਼ੀ ਦੇ ਕੰਮ ਵਾਸਤੇ ਤੁਹਾਨੂੰ ਪਰਮਾਨੈਂਟ ਖੇਤਾਂ 'ਚ ਰਹਿਣਾ ਪੈਣਾ, ਉਹਨਾਂ ਦੀ ਦੇਖਭਾਲ ਕਰਨੀ ਪੈਣੀ ਆ। ਔਰ ਦੂਜੀ ਮਾਰਕੀਟਿੰਗ, ਅਗਰ ਤੁਸੀਂ ਸਬਜ਼ੀਆਂ ਮੰਡੀ 'ਚ ਢੋਣੀਆਂ ਨੇ ਤੇ ਫਿਰ ਤੁਸੀਂ ਹਾਰ ਜਾਓਗੇ, ਫਿਰ ਤੁਸੀਂ ਇਹੀ ਕਹੋਗੇ ਯਾਰ ਇਹਦਾ ਕੋਈ ਫਾਇਦਾ ਨਹੀਂ ਹੈ। ਅਗਰ ਤੁਸੀਂ ਇਹ ਕੰਮ ਕਰਨਾ ਤਾਂ ਇਹਦੇ ਨਾਲ ਤੁਹਾਨੂੰ ਮਾਰਕੀਟਿੰਗ ਵੀ ਕਰਨੀ ਪੈਣੀ ਹੈ, ਤਾਂ ਹੀ ਇਹ ਲਾਹੇਵੰਦ ਹੈ। ਅਦਰਵਾਈਜ਼ ਤੁਸੀਂ ਅਗਰ ਇੰਨਾ ਮਹਿੰਗਾ ਬੀਜ ਲਾ ਕੇ ਤੁਸੀਂ ਕਹੋ ਵੀ ਮੈਂ ਗੋਭੀ ਮੰਡੀ 'ਚ ਵੇਚਣ ਜਾਣਾ, ਤਾਂ ਮੰਡੀ 'ਚ ਤਾਂ ਤੁਹਾਨੂੰ ਰੇਟ ਆਮ ਦੇ ਹੀ ਮਿਲਣੇ ਨੇ। ਫਿਰ ਇਸੇ ਕਰਕੇ ਤੁਸੀਂ ਥੋੜ੍ਹੀ ਦੇਰ ਬਾਅਦ, ਕਈ ਵਾਰੀ ਕੀ ਹੁੰਦਾ ਕਿ ਮੰਡੀ ਦੇ ਰੇਟ ਬਹੁਤ ਵਧੀਆ ਮਿਲ ਗਏ, ਕਈ ਵਾਰੀ ਪਤਾ ਲੱਗਿਆ ਇੱਕਦਮ ਡਾਊਨ ਹੋ ਗਏ ਤਾਂ ਤੁਸੀਂ ਡਾਊਨ ਹੋ ਗਏ। ਸੋ ਇਸ ਕਰਕੇ ਮਾਰਕੀਟਿੰਗ ਨਾਲ ਜ਼ਰੂਰੀ ਹੈ ਅਗਰ ਤੁਸੀਂ ਇਹ ਕੰਮ ਕਰਨਾ ਹੈ। ਜੇ ਇੱਕ ਇਦਾਂ ਦਾ ਇੱਕ ਬਣ ਗਿਆ, ਜਿਹੜੀ ਫਾਰਮਰ ਐਜੀਟੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਚਲੋ ਸਾਰੇ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਦੀ ਸੋਚ ਚੇਂਜ ਹੋਈ, ਸਾਡੇ ਜ਼ਿਮੀਂਦਾਰਾਂ ਨੂੰ ਦੀ ਸੋਚ ਚੇਂਜ ਹੋਈ। ਅੱਜ ਸਾਰਿਆਂ ਨੇ ਲਿਖਿਆ ਪ੍ਰਾਊਡ ਟੂ ਬੀ ਫਾਰਮਰ, ਬਹੁਤ ਵਧੀਆ ਲੱਗਦਾ। ਲੇਕਿਨ ਅਸੀਂ ਇਸ ਤੋਂ ਪਹਿਲਾਂ ਹੀ ਸਟਾਰਟ ਕਰਤਾ ਸੀ, ਮਾਰਚ ਦੇ ਵਿੱਚ ਹੀ, ਜਦੋਂ ਲੋਕਡਾਊਨ ਹੋਇਆ, ਜਦੋਂ ਦੇਖਿਆ ਥੋੜ੍ਹੇ ਜਿਹਨਾਂ ਚੀਜ਼ਾਂ ਨਾਲ ਜੁੜੇ, ਮੇਰੇ ਬੇਟੇ ਨੇ ਦੱਸਿਆ ਤੁਹਾਨੂੰ ਜਿੱਦਾਂ, ਤੇ ਉਹਦੇ ਵਿੱਚ ਦੇਖ ਕੇ ਅਸੀਂ ਉਦੋਂ ਸਾਡੀਆਂ ਸਾਰੀਆਂ ਗੱਡੀਆਂ ਤੇ ਸਾਡੇ ਟਰੈਕਟਰ ਤੇ ਸਾਡੇ ਘਰ ਦੇ ਵਿੱਚ ਸਾਡੀਆਂ ਦੀਵਾਰਾਂ ਤੇ ਹਰ ਜਗ੍ਹਾ ਤੇ ਤੁਸੀਂ ਦੇਖੋਗੇ ਪ੍ਰਾਊਡ ਟੂ ਬੀ ਅ ਫਾਰਮਰ ਲਿਖਿਆ ਹੋਇਆ। ਉਹਦੇ ਵਿੱਚ ਜਦੋਂ ਵੀ ਮੇਰੀ ਕਿਸੇ ਨਾਲ ਗੱਲ ਹੁੰਦੀ ਹੈ ਤਾਂ ਅੱਜ ਵੀ ਮੈਂ ਸਭ ਨੂੰ ਕਹਿੰਦਾ ਬਿਜ਼ਨਸਮੈਨ ਅਸੀਂ ਬਾਅਦ ਦੇ ਵਿੱਚ, ਪਹਿਲਾਂ ਅਸੀਂ ਜ਼ਿਮੀਂਦਾਰ। ਇਸ ਵੇਲੇ ਅਗਰ ਆਪਾਂ ਦੇਖੀਏ ਤਾਂ ਬੇਰੁਜ਼ਗਾਰੀ ਆਪਣੇ ਦੇਸ਼ ਦਾ ਇੱਕ ਬਹੁਤ ਵੱਡਾ ਮੁੱਦਾ ਹੈ। ਸਟੂਡੈਂਟ ਨੇ, ਜਿਹੜੇ ਬੱਚੇ ਨੇ ਸਾਡੇ, ਉਹ ਪੜ੍ਹਦੇ ਨੇ, ਜਦੋਂ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਦੇ ਮੁਤਾਬਕ ਨੌਕਰੀਆਂ ਨਹੀਂ ਮਿਲਦੀਆਂ। ਤੇ ਸਾਡੇ ਜਿਹੜੇ ਕਿਸਾਨਾਂ ਦੇ ਬੱਚੇ ਨੇ ਉਹ ਵੀ ਬੇਰੁਜ਼ਗਾਰ ਨੇ। ਮੈਨੂੰ ਇਹ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿ ਜਿਨ੍ਹਾਂ ਦੇ ਕੋਲ ਜ਼ਮੀਨਾਂ ਹੈਗੀਆਂ ਨੇ ਉਹ ਵੀ ਪੜ੍ਹ ਲਿਖ ਕੇ ਕਹਿ ਰਹੇ ਨੇ ਕਿ ਸਾਨੂੰ ਕੋਈ ਨੌਕਰੀ ਨਹੀਂ ਮਿਲੀ। ਤੋ ਇਸ ਕਰਕੇ ਮੈਂ ਸਮਝਦਾ ਕਿ ਇਸ ਨੂੰ ਕਿੱਤੇ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਬਹੁਤ ਵੱਡੀ ਲੋੜ ਹੈ, ਜਾਗਰੂਕ ਹੋਣ ਦੀ ਲੋੜ ਹੈ। ਖਾਸ ਕਰਕੇ ਸਾਡੇ ਕਿਸਾਨਾਂ ਦੇ ਬੱਚਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਆਪਾਂ ਬਜਾਏ ਕਿਸੇ ਦੇ ਨੌਕਰੀ ਕਰੀਏ, ਅਸੀਂ ਆਪਣੇ ਖੁਦ ਦਾ ਕੀਤਾ ਕਿਉਂ ਨਾ ਕਰੀਏ।
ਮੇਰੇ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਯਾਰ ਪੜ੍ਹ ਲਓ, ਕੁਛ ਕਰ ਲਓ, ਨਹੀਂ ਤਾਂ ਇੱਥੇ ਖੇਤਾਂ 'ਚ ਧੱਕੇ ਖਾਣ ਜੋਗੇ ਰਹਿ ਜਾਓਗੇ, ਕਈਆਂ ਵਾਂਦੇ ਰਹਿ ਜਾਓਗੇ ਸਾਰੀ ਉਮਰ। ਤਾਂ ਇੱਕ ਬਹੁਤ ਹੀ ਨੈਗੇਟਿਵ ਇਮੇਜ ਬਣ ਜਾਂਦੀ ਹੈ ਜਿਹਦੇ ਕਰਕੇ ਲੱਗਦਾ ਕਿ ਯਾਰ ਇੱਥੇ ਆਪਣਾ ਕੁਝ ਬਣਨਾ ਨਹੀਂ। ਸੋ ਜਿਵੇਂ ਜਿਹੜੀ ਬਾਹਰ ਜਾਣ ਦੀ ਗੱਲ ਹੈ, ਮੈਂ ਬਾਏ ਬਰਥ ਇੱਕ ਬ੍ਰਿਟਿਸ਼ ਸਿਟੀਜ਼ਨ ਆ, ਮੇਰਾ ਬਰਥ ਇੰਗਲੈਂਡ 'ਚ ਹੋਇਆ, ਤਾਂ ਓਬਵੀਅਸਲੀ ਮੇਰੇ ਕੋਲ ਓਪਰਚੁਨਿਟੀ ਸੀਗੀ ਬਾਹਰ ਜਾਣ ਦੀ। ਮੈਨੂੰ ਅੱਜ ਵੀ ਮਤਲਬ ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਮੈਂ ਉੱਧਰ ਦਾ ਤਾਂ ਮੈਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਯਾਰ ਤੂੰ ਇੱਥੇ ਕੀ ਕਰੀ ਜਾਂਦਾ, ਵੀ ਤੂੰ ਉੱਥੇ ਜਾ, ਸਾਰਾ ਕੁਝ ਉੱਥੇ ਤੇਰੇ ਕੋਲ ਹੈਗਾ। ਪਰ ਮੈਂ ਇਹੀ ਕਹਿੰਦਾ ਹੁੰਦਾ ਕਿ ਉਹ ਸਿਰਫ ਇੱਦਾਂ ਹੈ ਕਿ ਜਿਵੇਂ ਆਪਾਂ ਕਹਿੰਦੇ ਦੂਰ ਦੇ ਢੋਲ ਸੁਹਾਵਣੇ ਲੱਗਦੇ ਨੇ, ਉਹ ਚੀਜ਼ ਹੈ। ਇੱਥੋਂ ਦੇਖਣ ਨੂੰ ਲੱਗਦਾ ਕਿ ਹਾਂ ਯਾਰ ਉੱਥੇ ਲਾਈਫ ਬਹੁਤ ਈਜ਼ੀ ਹੈ, ਬਹੁਤ ਮਜ਼ਾ ਹੈ, ਬਹੁਤ ਐਸ਼ ਹੈ, ਪਰ ਉੱਥੇ ਬਹੁਤ ਜ਼ਿਆਦਾ ਮਿਹਨਤ ਹੈ। ਜਿਹੜੀ ਪੀਸਫੁਲ ਜਿਹੜੀ ਲਾਈਫ ਇੱਥੇ ਇੰਡੀਆ 'ਚ ਆਪਣੇ ਕੋਲ, ਪੰਜਾਬ 'ਚ ਜਿਹੜੀ ਆਪਣੇ ਕੋਲ ਹੈਗੀ ਹੈ, ਮੈਂ ਕਹਿੰਦਾ ਇਹ ਕਿਸੇ ਕੰਟਰੀ 'ਚ ਨਹੀਂ ਹੈਗੀ। ਮੈਂ ਇੰਗਲੈਂਡ ਵੀ ਜਾ ਕੇ ਦੇਖਿਆ, ਮੈਂ ਕੈਨੇਡਾ ਵੀ ਗਿਆ, ਮੈਂ ਕਤਰ ਵੀ ਗਿਆ, 2-3 ਕੰਟਰੀਜ਼ ਮੈਂ ਹੋਰ 'ਚ ਵੀ ਘੁੰਮਿਆ। ਮੈਂ ਦੇਖਿਆ ਕਿ ਜਿਹੜਾ ਇੱਕ ਲਾਈਫ ਦਾ ਜਿਹੜਾ ਕੁਆਲਿਟੀ ਹੈ ਉਹ ਇੱਥੇ ਜ਼ਿਆਦਾ ਵਧੀਆ ਹੈ। ਉੱਥੇ ਕਿਸੇ ਕੋਲ ਜਿਵੇਂ ਇੱਕ ਦੂਜੇ ਵਾਸਤੇ ਟਾਈਮ ਹੀ ਨਹੀਂ ਹੈ, ਸਭ ਆਪਣਾ 9 to 6 ਜੌਬ ਕਰਦੇ ਨੇ, ਘਰ ਆਉਂਦੇ ਨੇ, ਸੋ ਜਾਂਦੇ ਨੇ, ਸਵੇਰੇ ਫੇਰ ਕੰਮ ਹੈ। ਇੱਥੇ ਜਿਵੇਂ ਆਪਣੇ ਇੱਕ ਖੁੱਲ੍ਹਾ ਕਲਚਰ ਹੈ, ਕਦੀ ਕਿਸੇ ਦੇ ਘਰ ਚਲੇ ਜਾਣਾ, ਕਦੀ ਕਿਸੇ ਦੇ ਘਰ ਚਲੇ ਜਾਣਾ, ਆਪਣਾ ਕੰਮ ਆਪਾਂ ਦੇਖਣਾ, ਉਹ ਚੀਜ਼ਾਂ ਬਾਹਰ ਨਹੀਂ ਹੈਗੀਆਂ। ਤਾਂ ਸਾਨੂੰ ਇਹ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ, ਮੈਂ ਤਾਂ ਸਭ ਨੂੰ ਇਹੀ ਕਹਿਣਾ ਕਿ ਯਾਰ ਬਾਹਰ ਕੁਛ ਨਹੀਂ ਰੱਖਿਆ। ਜੇ ਆਪਾਂ ਇੱਥੇ ਜਿਹੜੀ ਇਨਵੈਸਟਮੈਂਟ ਟਾਈਮ ਦੀ ਅਤੇ ਪੈਸੇ ਦੀ, ਨੌਲੇਜ ਦੀ ਜਿਹੜੀ ਇਨਵੈਸਟਮੈਂਟ ਜਿਹੜੀ ਆਪਾਂ ਬਾਹਰ ਕਰਨੀ ਹੈ, ਜੇ ਉਹੀ ਇਨਵੈਸਟਮੈਂਟ ਆਪਾਂ ਇੰਡੀਆ 'ਚ ਕਰ ਲਈਏ ਤਾਂ ਮੈਂ ਕਹਿੰਦਾ ਸਾਰਾ ਕੁਝ ਇੱਥੇ ਬਣ ਸਕਦਾ। ਔਰ ਮੈਂ ਸਿਰਫ ਗੱਲ ਨਹੀਂ ਕਰ ਰਿਹਾ, ਇਹ ਚੀਜ਼ ਮੈਂ ਖੁਦ ਐਕਸਪੀਰੀਅੰਸ ਕੀਤੀ ਹੈ। ਮੈਂ ਤਾਂ ਬਹੁਤ ਕੌਨਫੀਡੈਂਸ ਦੇ ਨਾਲ ਇਹ ਚੀਜ਼ ਕਹਿ ਸਕਦਾ ਕਿ ਸਾਰਾ ਕੁਝ ਇੱਥੇ ਆਪਣੇ ਕੋਲ ਹੈਗਾ। ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਇਸ ਟਾਈਮ ਮਤਲਬ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਇਸ ਟਾਈਮ ਮਤਲਬ ਲਾਈਫ ਤੋਂ ਜਾਂ ਰੱਬ ਤੋਂ ਕੋਈ ਸ਼ਿਕਾਇਤ ਨਹੀਂ ਹੈਗੀ, ਕਿਉਂਕਿ ਮੈਨੂੰ ਜਿਹੜੀਆਂ ਚੀਜ਼ਾਂ ਦੀ ਵੀ ਜਿਹੜੀ ਮੇਰੀ ਡਿਮਾਂਡ ਹੈ, ਮੇਰੀ ਸਭ ਇੱਥੇ ਮੈਨੂੰ ਮਿਲ ਰਿਹਾ। ਜਿਹੜੀ ਮੰਨ ਲਓ ਘੁੰਮਣ ਫਿਰਨ ਵੀ ਜਾਈਦਾ, ਸਾਰਾ ਕੁਝ ਕਰੀਦਾ, ਪੜ੍ਹਾਈ ਵੀ ਵਧੀਆ ਜਗ੍ਹਾ ਪੜ੍ਹ ਰਹੇ ਹਾਂ, ਵਧੀਆ ਜਗ੍ਹਾ ਰਹਿ ਰਹੇ ਹਾਂ, ਵਧੀਆ ਜਗ੍ਹਾ ਖਾ ਰਹੇ ਹਾਂ, ਵਧੀਆ ਚੀਜ਼ਾਂ ਖਾ ਰਹੇ ਹਾਂ, ਵਧੀਆ ਜਗ੍ਹਾ ਸੋ ਰਹੇ ਹਾਂ, ਸਾਰਾ ਕੁਝ ਇੱਥੇ ਹੈਗਾ। ਮੈਨੂੰ ਲੋੜ ਹੀ ਨਹੀਂ ਬਾਹਰ ਭੱਜਣ ਦੀ। ਤਾਂ ਮੈਂ ਯੂਥ ਨੂੰ ਵੀ ਇਹੀ ਕਹਿਣਾ ਕਿ ਯਾਰ ਆਪਾਂ ਮਤਲਬ ਇਸ ਚੀਜ਼ ਤੋਂ, ਆਪਣੀ ਹੋਂਦ ਤੋਂ, ਆਪਣੇ ਖੂਨ ਤੋਂ ਆਪਾਂ ਭੱਜੀਏ ਨਾ, ਆਪਾਂ ਇੱਥੇ ਰਹਿ ਕੇ ਇਹ ਚੀਜ਼ਾਂ ਨੂੰ ਐਕਸਪੀਰੀਅੰਸ ਕਰੀਏ ਤਾਂ ਇਹਨੂੰ ਪ੍ਰਮੋਟ ਕਰੀਏ।